ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆਰਐਸਐਸ ਚੀਫ ਦੇ ਇਸ ਤਰ੍ਹਾਂ ਦੇ ਬਿਆਨ ਆ ਰਹੇ ਨੇ। ਹੁਣ ਤਾਂ ਉਹਨਾਂ ਨੇ 75 ਸਾਲਾਂ ਦੀ ਉਮਰ ਵਾਲਾ ਬਿਆਨ ਦਿੱਤਾ ਹੈ ਕਿ ਬਈ 75 ਸਾਲ ਦੀ ਉਮਰ ਤੋਂ ਬਾਅਦ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਕਿਸੇ ਵੀ ਬੰਦੇ ਨੂੰ ਆਪਣੇ ਆਪ ਨੂੰ ਦੇਵਤਾ ਨਹੀਂ ਸਮਝਣਾ ਚਾਹੀਦਾ। ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨਹਾ, ਜਸਵੰਤ ਸਿੰਘ, ਇਹਨਾਂ तमाम ਵੱਡੇ ਲੀਡਰਸ ਨੂੰ ਮਾਰਗਦਰਸ਼ਕ ਮੰਡਲ ਵਿੱਚ ਬਿਠਾ ਦਿੱਤਾ ਗਿਆ ਸੀ ਤੇ ਇਸ ਦਾ ਕਾਰਨ ਦੱਸਿਆ ਗਿਆ ਸੀ ਕਿ ਇਹਨਾਂ ਸਾਰਿਆਂ ਦੀ ਉਮਰ 75 ਸਾਲਾਂ ਤੋਂ ਵੱਧ ਹੋ ਗਈ ਹੈ। ਸੁਮਿਤਰਾ ਮਹਾਜਨ ਨੂੰ 2019 ਤੋਂ ਬਾਅਦ ਲੋਕ ਸਭਾ ਚੋਣਾਂ ਲੜਨ ਦੀ ਟਿਕਟ ਨਹੀਂ ਮਿਲਦੀ ਕਿਉਂਕਿ ਸੁਮਿਤਰਾ ਮਹਾਜਨ ਦੀ ਜੋ ਉਮਰ ਸੀ ਉਹ 75 ਸਾਲ ਤੋਂ ਲੰਘ ਗਈ ਸੀ। ਦੋਸਤੋ, ਪਿਛਲੇ ਕੁਝ ਦਿਨਾਂ ਤੋਂ ਇੱਕ ਬਹੁਤ ਹੀ ਅਹਿਮ ਚਰਚਾ ਸਿਆਸੀ ਗਲਿਆਰਿਆਂ ਵਿੱਚ ਚੱਲ ਰਹੀ ਹੈ ਔਰ ਇਹ ਚਰਚਾ ਕੀ ਹੈ? ਇਹ ਚਰਚਾ ਹੈ ਕਿ ਕੀ ਆਉਣ ਵਾਲੇ 2 ਮਹੀਨਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਜੀ ਹਾਂ ਦੋਸਤੋ, ਇਸ ਤਰ੍ਹਾਂ ਦੀ ਚਰਚਾ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਤੇ ਇਸ ਚਰਚਾ ਨੂੰ ਅੱਗੇ ਵਧਾਉਣ ਦਾ ਕੰਮ ਕਾਂਗਰਸ ਦੇ ਲੀਡਰ ਬਹੁਤ ਜ਼ਿਆਦਾ ਕਰ ਰਹੇ ਨੇ। ਇਸ ਦੇ ਪਿੱਛੇ ਇੱਕ ਕਾਰਨ ਵੀ ਹੈ ਦੋਸਤੋ। ਕਾਰਨ ਹੈ ਕਿ ਆਰਐਸਐਸ ਦੇ ਚੀਫ, ਰਾਸ਼ਟਰੀ ਸਵੈਮ ਸੇਵਕ ਸੰਘ ਜੋ ਹੈ, ਉਹਦੇ ਚੀਫ ਮੋਹਨ ਭਾਗਵਤ ਨੇ ਹਲੇ 2-3 ਦਿਨ ਪਹਿਲਾਂ ਇੱਕ ਬਿਆਨ ਦਿੱਤਾ ਦੋਸਤੋ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇ ਕੋਈ ਵੀ ਲੀਡਰ ਹੈ, ਕੋਈ ਵੀ ਵੱਡੇ ਤੋਂ ਵੱਡਾ ਲੀਡਰ ਹੈ, ਉਸ ਨੂੰ 75 ਸਾਲਾਂ ਦੀ ਉਮਰ ਤੋਂ ਬਾਅਦ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈ। ਤੇ 75 ਸਾਲਾਂ ਦੀ ਉਮਰ ਤੋਂ ਬਾਅਦ ਰਿਟਾਇਰਮੈਂਟ ਦੀ ਗੱਲ ਬੀਜੇਪੀ ਤੇ ਆਰਐਸਐਸ ਵਿੱਚ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਮੇਰਾ ਮਤਲਬ ਹੈ ਦੋਸਤੋ ਪਿਛਲੇ 11-12 ਸਾਲਾਂ ਤੋਂ। ਸ਼ੁਰੂਆਤ ਤੋਂ ਹੀ ਲਾ ਲੈਂਦੇ ਆ 2014 ਵਿੱਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਦੇ ਨੇ ਦੇਸ਼ ਦੇ, ਉਸ ਵੇਲੇ ਤੋਂ ਬੀਜੇਪੀ ਵਾਲੇ ਹੀ ਇਹ ਇੱਕ ਚਰਚਾ ਛੇੜ ਦਿੰਦੇ ਪੂਰੇ ਦੇਸ਼ ਦੇ ਵਿੱਚ ਕਿ ਬਈ ਜਿਹੜਾ ਵੀ ਕੋਈ ਲੀਡਰ ਹੈ ਉਹ 75 ਸਾਲ ਦਾ ਜੇ ਹੋ ਗਿਆ ਹੈ ਤਾਂ ਉਸ ਨੂੰ ਸਰਗਰਮ ਸਿਆਸਤ ਤੋਂ ਦੂਰ ਹੋ ਜਾਣਾ ਚਾਹੀਦਾ ਹੈ। ਤੇ ਇਸ ਦਾ ਐਗਜ਼ਾਮਪਲ ਖੁਦ ਬੀਜੇਪੀ ਨੇ ਸੈੱਟ ਕੀਤਾ ਸੀ। ਜਿਸ ਦੌਰ ਵਿੱਚ ਮੋਦੀ ਪ੍ਰਧਾਨ ਮੰਤਰੀ ਬਣਦੇ ਨੇ ਉਸ ਦੌਰ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਸ਼ਾਇਦ ਭਾਜਪਾ ਦੇ ਸਭ ਤੋਂ ਵੱਡੇ ਲੀਡਰ ਸੀ, ਪਰ ਲਾਲ ਕ੍ਰਿਸ਼ਨ ਅਡਵਾਨੀ ਤੇ ਉਸ ਤੋਂ ਬਾਅਦ ਮੁਰਲੀ ਮਨੋਹਰ ਜੋਸ਼ੀ, ਯਸ਼ਵੰਤ ਸਿਨਹਾ, ਜਸਵੰਤ ਸਿੰਘ, ਇਹਨਾਂ तमाम ਵੱਡੇ ਲੀਡਰਸ ਨੂੰ ਮਾਰਗਦਰਸ਼ਕ ਮੰਡਲ ਵਿੱਚ ਬਿਠਾ ਦਿੱਤਾ ਗਿਆ ਸੀ ਤੇ ਇਸ ਦਾ ਕਾਰਨ ਦੱਸਿਆ ਗਿਆ ਸੀ ਕਿ ਇਹਨਾਂ ਸਾਰਿਆਂ ਦੀ ਉਮਰ 75 ਸਾਲਾਂ ਤੋਂ ਵੱਧ ਹੋ ਗਈ ਹੈ। ਇਹੀ ਨਹੀਂ ਦੋਸਤੋ, ਭਾਰਤੀ ਜਨਤਾ ਪਾਰਟੀ ਨੇ ਇਸ ਰੂਲ ਨੂੰ ਲਗਾਤਾਰ ਫੋਲੋ ਕੀਤਾ। 2019 ਵਿੱਚ ਤੁਹਾਨੂੰ ਪਤਾ ਹੋਊਗਾ ਕਿ ਜੋ ਪਹਿਲੀ ਟਰਮ ਸੀ ਮੋਦੀ ਦੀ 2014 ਤੋਂ ਲੈ ਕੇ 2019 ਦੀ, ਉਸ ਦੌਰਾਨ ਜੋ ਲੋਕ ਸਭਾ ਦੇ ਸਪੀਕਰ ਸੀ ਸੁਮਿਤਰਾ ਮਹਾਜਨ ਨੂੰ 2019 ਤੋਂ ਬਾਅਦ ਲੋਕ ਸਭਾ ਚੋਣਾਂ ਲੜਨ ਦੀ ਟਿਕਟ ਨਹੀਂ ਮਿਲਦੀ ਕਿਉਂਕਿ ਸੁਮਿਤਰਾ ਮਹਾਜਨ ਦੀ ਜੋ ਉਮਰ ਸੀ ਉਹ 75 ਸਾਲ ਤੋਂ ਲੰਘ ਗਈ ਸੀ। ਇਸ ਕਰਕੇ ਸੁਮਿਤਰਾ ਮਹਾਜਨ ਨੂੰ ਟਿਕਟ ਨਹੀਂ ਮਿਲੀ। ਹੋਰ ਵੀ ਬਹੁਤ ਸਾਰੇ ਲੀਡਰ ਸੀ ਦੋਸਤੋ ਇਹਨਾਂ ਤੋਂ ਇਲਾਵਾ। ਸੁਮਿਤਰਾ ਮਹਾਜਨ ਤੋਂ ਇਲਾਵਾ ਜੇ ਗੱਲ ਕਰ ਲਈਏ ਕਲਰਾਜ ਮਿਸ਼ਰ ਜੋ ਕਿ ਯੂਪੀ ਬੀਜੇਪੀ ਦੇ ਵੱਡੇ ਲੀਡਰ ਸੀ, ਉਹ ਸੀਐਮ ਵੀ ਬਣ ਸਕਦੇ ਸੀ ਯੂਪੀ ਦੇ, ਪਰ ਉਹਨਾਂ ਦੀ ਉਮਰ 75 ਸਾਲਾਂ ਤੋਂ ਲੰਘ ਗਈ ਸੀ, ਇਸ ਕਰਕੇ ਉਹਨਾਂ ਨੂੰ ਸੀਐਮ ਨਹੀਂ ਬਣਾਇਆ ਗਿਆ। ਆਨੰਦੀਬੇਨ ਪਟੇਲ ਇਹ ਗੁਜਰਾਤ ਦੇ ਸੀਐਮ ਬਣੇ ਸੀ ਨਰਿੰਦਰ ਮੋਦੀ ਤੋਂ ਬਾਅਦ, ਪਰ ਆਨੰਦੀਬੇਨ ਪਟੇਲ ਨੂੰ ਵੀ 75 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਤੇ ਉਸ ਤੋਂ ਬਾਅਦ ਉਹ ਰਾਜਪਾਲ ਬਣੇ ਸੀ ਕੁਝ ਹੋਰ ਸਟੇਟਸ ਦੇ। ਸੋ ਜੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਜੋ ਇਹ ਰੂਲ ਚੱਲ ਰਿਹਾ ਹੈ, ਇੱਕ ਅਨਰਿਟਨ ਰੂਲ ਹੈ ਦੋਸਤੋ, ਔਰ ਆਰਐਸਐਸ ਦੇ ਅੰਦਰ ਵੀ ਰੂਲ ਚੱਲ ਰਿਹਾ ਹੈ। ਜੇ ਇਸ ਅਨਰਿਟਨ ਰੂਲ ਦੀ ਗੱਲ ਕਰੀਏ ਤਾਂ ਬਈ 75 ਸਾਲਾਂ ਦੀ ਉਮਰ ਤਾਂ ਨਰਿੰਦਰ ਮੋਦੀ ਦੀ ਛੇਤੀ ਪੂਰੀ ਹੋਣ ਵਾਲੀ ਹੈ। 17 ਸਤੰਬਰ 2025 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਸਾਲਾਂ ਦੇ ਹੋ ਜਾਣਗੇ। ਇਹੀ ਨਹੀਂ ਦੋਸਤੋ, ਮੋਦੀ ਤੋਂ ਇਲਾਵਾ ਮੋਹਨ ਭਾਗਵਤ ਜੋ ਕਿ ਆਰਐਸਐਸ ਦੇ ਚੀਫ ਨੇ, ਉਹਨਾਂ ਦੀ ਉਮਰ ਵੀ 75 ਸਾਲਾਂ ਦੀ 11 ਤਰੀਕ ਨੂੰ ਹੋ ਜਾਵੇਗੀ, ਯਾਨੀ ਕਿ ਮੋਦੀ ਤੋਂ 6 ਦਿਨ ਪਹਿਲਾਂ ਮੋਹਨ ਭਾਗਵਤ ਵੀ 75 ਸਾਲਾਂ ਦੇ ਹੋ ਜਾਣਗੇ। ਸੋ ਜੋ ਕਾਂਗਰਸ ਵਾਲੇ ਨੇ ਉਹ ਦੋਸਤੋ ਇਸ ਵੇਲੇ ਇਹ ਨੈਰੇਟਿਵ ਚਲਾ ਰਹੇ ਨੇ ਕਿ ਬਈ अच्छे दिन आने वाले हैं, ਹੁਣ अच्छे दिन आने वाले हैं क्योंकि ਮੋਦੀ ਜੀ ਤੇ ਮੋਹਨ ਭਾਗਵਤ ਜਾਣ ਵਾਲੇ ਨੇ। ਕਿਉਂਕਿ ਦੋਸਤੋ ਤੁਹਾਨੂੰ ਪਤਾ ਹੈ ਕਿ 2014 ਦੇ ਇਲੈਕਸ਼ਨ ਵਿੱਚ ਭਾਜਪਾ ਦਾ ਬੜਾ ਹੀ ਫੇਮਸ ਨਾਰਾ ਸੀ ਕਿ अच्छे दिन आने वाले हैं, ਮੋਦੀ ਜੀ आने वाले हैं। ਸੋ ਉਸੇ ਨਾਰੇ ਨੂੰ ਹੁਣ ਫੜਦੇ ਹੋਏ ਕਾਂਗਰਸ ਵਾਲੇ ਇਹ ਕਹਿ ਰਹੇ ਨੇ ਕਿ अच्छे दिन आने वाले हैं, ਮੋਦੀ ਜੀ जाने वाले हैं। ਹੁਣ ਦੋਸਤੋ ਮੋਦੀ ਰਿਟਾਇਰ ਹੋਣਗੇ ਜਾਂ ਫਿਰ ਨਹੀਂ ਹੋਣਗੇ ਇਹ ਤਾਂ ਬੀਜੇਪੀ ਦਾ ਅੰਦਰੂਨੀ ਮਸਲਾ ਹੈ ਨਾ। और खास तौर पे जे मैं अमित शाह की एक पुरानी स्टेटमेंट की गल करा, अमित शाह ने कहा सी कि असी मनते हैं कि 75 साल की उम्र तो बाद लीडर्स को रिटायर हो जाना चाहिए, पर जो प्रधानमंत्री मोदी ने वो इस काम वास्ते एक्सैप्शन ने, असी उन्हां लई ये रूल लागू नहीं करांगे। मोदी 2029 तक तो प्रधानमंत्री रहणगे ही रहणगे। 2029 तो बाद जो अगला भी इलैक्शन होगा उस विच भी मोदी ही पार्टी का मुख्य चेहरा रहणगे प्रधानमंत्री दे अहुदे लई। सो अमित शाह की स्टेटमेंट ਨੂੰ ਦੇਖਿਆ ਜਾਵੇ ਤਾਂ ਦੋਸਤੋ ਇਹ ਗੱਲ ਤਾਂ ਕਲੀਅਰ ਹੈ ਕਿ ਬਈ ਮੋਦੀ ਹਟਣ ਵਾਲੇ ਨਹੀਂ ਫਿਲਹਾਲ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ। ਤੇ ਐਸੇ ਗੱਲ ਨੂੰ ਲੈ ਕੇ ਹੁਣ ਇਹ ਵੀ ਕਿਹਾ ਜਾ ਸਕਦਾ ਕਿ ਬਈ ਇਹ ਤਾਂ ਇੱਕ ਤਰੀਕੇ ਨਾਲ ਦੋਗਲੀ ਨੀਤੀ ਹੋਈ ਕਿ ਬਈ ਆਪਣੇ ਦੂਜੇ ਲੀਡਰਸ ਨੂੰ ਤਾਂ ਤੁਸੀਂ ਹਟਾ ਦਿਓ, ਹੈ ਨਾ। ਪਹਿਲਾਂ ਜੋ तमाम ਵੱਡੇ ਲੀਡਰ ਸੀ
ਅਡਵਾਨੀ ਦੀ ਗੱਲ ਕਰ ਲਓ, ਮੁਰਲੀ ਮਨੋਹਰ ਜੋਸ਼ੀ ਦੀ ਗੱਲ ਕਰ ਲਓ, ਜਾਂ ਉਸ ਤੋਂ ਬਾਅਦ ਤੁਸੀਂ ਸੁਮਿਤਰਾ ਮਹਾਜਨ ਦੀ ਗੱਲ ਕਰ ਲਓ, ਆਨੰਦੀਬੇਨ ਪਟੇਲ ਦੀ ਗੱਲ ਕਰ ਲਓ, ਇਹਨਾਂ ਸਾਰਿਆਂ ਨੂੰ ਤਾਂ ਤੁਸੀਂ 75 ਸਾਲ ਦੀ ਗੱਲ ਕਹਿ ਕੇ ਹਟਾਤਾ ਹੈ ਨਾ। ਪਰ ਜਦੋਂ ਆਪਦੀ ਵਾਰੀ ਆਈ ਤਾਂ ਤੁਸੀਂ ਆਪਦੇ ਉੱਤੇ ਇਸ ਰੂਲ ਨੂੰ ਲਾਗੂ ਨਹੀਂ ਕਰ ਰਹੇ ਹੈ ਨਾ। ਡਬਲ ਸਟੈਂਡਰਡਸ ਦੀ ਗੱਲ ਤਾਂ ਕੀਤੀ ਜਾ ਸਕਦੀ ਹੈ, ਪਰ ਦੋਸਤੋ ਬੀਜੇਪੀ ਨੂੰ ਵੀ ਪਤਾ ਹੈ ਕਿ ਬਈ ਮੋਦੀ ਦਾ ਬਦਲ ਇਸ ਵੇਲੇ ਵੀ ਬੀਜੇਪੀ ਕੋਲ ਮੌਜੂਦ ਨਹੀਂ। ਹਾਲਾਂਕਿ ਲਗਾਤਾਰ ਗੱਲ ਹੁੰਦੀ ਹੈ ਕਿ ਮੋਦੀ ਤੋਂ ਬਾਅਦ ਹੋ ਸਕਦਾ ਹੈ ਅਮਿਤ ਸ਼ਾਹ ਅੱਗੇ ਆ ਜਾਣ, ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਯੂਪੀ ਦੇ ਜੋ ਸੀਐਮ ਨੇ ਯੋਗੀ ਆਦਿੱਤਿਆਨਾਥ ਉਹ ਅੱਗੇ ਆ ਜਾਣ ਮੋਦੀ ਤੋਂ ਬਾਅਦ। ਇਹ ਅਗਲੀ ਲੀਡਰਸ਼ਿਪ ਸ਼ਾਇਦ ਬੀਜੇਪੀ ਦੀ ਹੋ ਸਕਦੀ ਹੈ, ਕਿਉਂਕਿ ਮੋਦੀ ਤੋਂ ਬਾਅਦ ਜੋ ਸਭ ਤੋਂ ਫੇਮਸ ਲੀਡਰ ਨੇ ਉਹ ਇਹੀ ਨੇ ਦੋਸਤੋ। ਯੋਗੀ ਆਦਿੱਤਿਆਨਾਥ ਦੀ ਗੱਲ ਕਰ ਲਈਏ ਜਾਂ ਫਿਰ ਅਮਿਤ ਸ਼ਾਹ ਦੀ ਗੱਲ ਕਰ ਲਈਏ, ਤੇ ਲਗਾਤਾਰ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਵੀ ਚੱਲਦੀ ਰਹਿੰਦੀ ਹੈ ਕਿ ਅਮਿਤ ਸ਼ਾਹ ਤੇ ਯੋਗੀ ਆਦਿੱਤਿਆਨਾਥ ਇਹਨਾਂ ਦੋਨਾਂ ਵਿੱਚ ਇੱਕ ਅੰਦਰੂਨੀ ਟਸਲ ਵੀ ਚੱਲ ਰਹੀ ਹੈ ਕਿ ਬਈ ਮੋਦੀ ਦਾ ਵਾਰਿਸ ਕੌਣ ਬਣੇਗਾ ਹੈ ਨਾ। ਹਿੰਦੀ ਵਿੱਚ ਉੱਤਰਾਧਿਕਾਰੀ ਸ਼ਬਦ ਵਰਤ ਲੈਂਦੇ ਹੈ ਨਾ, ਕਿ ਮੋਦੀ ਦਾ ਜੋ ਵਾਰਿਸ ਕੌਣ ਬਣੇਗਾ, ਮੋਦੀ ਤੋਂ ਬਾਅਦ ਅਗਲਾ ਮੇਨ ਲੀਡਰ ਬੀਜੇਪੀ ਦਾ ਕੌਣ ਬਣੇਗਾ, ਜਾਂ ਫਿਰ ਪ੍ਰਧਾਨ ਮੰਤਰੀ ਦਾ ਜੋ ਕੰਟੈਂਡਰ ਬੀਜੇਪੀ ਵਿੱਚੋਂ ਹੋਏਗਾ ਉਹ ਕੌਣ ਬਣੇਗਾ, ਅਮਿਤ ਸ਼ਾਹ ਹੋਣਗੇ ਜਾਂ ਫਿਰ ਯੋਗੀ ਆਦਿੱਤਿਆਨਾਥ ਰਹਿਣਗੇ। ਇਸ ਕਰਕੇ ਦੋਨਾਂ ਦੇ ਵਿੱਚ ਕੁਝ ਨਾ ਕੁਝ ਸਿਆਸੀ ਟਸਲ ਵੀ ਚੱਲਦੀ ਰਹਿੰਦੀ ਹੈ। ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਦੋਸਤੋ। ਪਰ ਕੁੱਲ ਮਿਲਾ ਕੇ ਦੋਸਤੋ ਮੁੱਖ ਦੀ ਗੱਲ ਇਹ ਹੈ ਕਿ ਬੀਜੇਪੀ ਦਾ ਅੰਦਰੂਨੀ ਮਸਲਾ ਹੈ। ਤੇ ਅਮਿਤ ਸ਼ਾਹ ਦੀ ਜੇ ਸਟੇਟਮੈਂਟ ਦੀ ਗੱਲ ਕਰੀਏ ਤਾਂ ਅਮਿਤ ਸ਼ਾਹ ਨੇ ਤਾਂ ਕਹਿ ਦਿੱਤਾ 2029 ਤੱਕ ਤਾਂ ਮੋਦੀ ਪੀਐਮ ਰਹਿਣਗੇ ਹੀ ਰਹਿਣਗੇ, ਉਸ ਤੋਂ ਬਾਅਦ ਵੀ ਮੋਦੀ ਹੀ ਪ੍ਰਧਾਨ ਮੰਤਰੀ ਅਹੁਦੇ ਦਾ ਚਿਹਰਾ ਰਹਿਣਗੇ। ਹਾਲਾਂਕਿ ਇਹ ਜੋ ਗੱਲ ਅਮਿਤ ਸ਼ਾਹ ਨੇ ਕਹੀ ਹੈ ਕਿ 2029 ਤੋਂ ਬਾਅਦ ਜੋ ਇਲੈਕਸ਼ਨ ਹੋਵੇਗਾ ਉਸ ਤੋਂ ਬਾਅਦ ਵੀ ਮੋਦੀ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਮੇਨ ਚਿਹਰਾ ਰਹਿਣਗੇ। ਇਹ ਅਮਿਤ ਸ਼ਾਹ ਨੇ ਜਾਣ ਕੇ ਕਹੀ ਹੈ ਦੋਸਤੋ, ਕਿਉਂਕਿ ਅਮਿਤ ਸ਼ਾਹ ਨੂੰ ਪਤਾ ਹੈ ਕਿ 2029 ਤੋਂ ਬਾਅਦ ਤਕਰੀਬਨ ਇਹ ਤੈਅ ਹੈ ਕਿ ਆਰਐਸਐਸ ਵਾਲੇ ਮੋਦੀ ਨੂੰ ਮੇਨ ਚਿਹਰਾ ਨਹੀਂ ਰੱਖਣਗੇ। ਪਰ ਅਮਿਤ ਸ਼ਾਹ ਨੇ ਮੋਦੀ ਦੀ ਗੱਲ ਇਸ ਕਰਕੇ ਅੱਗੇ ਰੱਖੀ ਕਿਉਂਕਿ ਅਮਿਤ ਸ਼ਾਹ ਚਾਹੁੰਦੇ ਨੇ ਕਿ ਬਈ ਉਸ ਤੋਂ ਬਾਅਦ ਮੇਰਾ ਨਾਮ ਅੱਗੇ ਰਵੇ, ਮੈਂ ਆਪਦੇ ਵੱਲੋਂ ਯੋਗੀ ਆਦਿੱਤਿਆਨਾਥ ਦਾ ਨਾਮ ਅੱਗੇ ਨਾ ਕਰਾਂ। ਕਿਉਂਕਿ ਜੇ ਪਪੂਲੈਰਿਟੀ ਦੇ ਸਕੇਲ ਤੇ ਦੇਖਿਆ ਜਾਵੇਗਾ ਤਾਂ ਹੋ ਸਕਦਾ ਹੈ ਸ਼ਾਇਦ ਯੋਗੀ ਆਦਿੱਤਿਆਨਾਥ ਜ਼ਿਆਦਾ ਪਪੂਲਰ ਹੋਣਗੇ, ਪਰ ਲੋਕ ਇਹ ਵੀ ਕਹਿੰਦੇ ਨੇ ਕਿ ਜੋ ਪ੍ਰਧਾਨ ਮੰਤਰੀ ਮੋਦੀ ਨੇ ਉਹੀ ਚਾਹੁੰਦੇ ਨੇ ਕਿ ਅਮਿਤ ਸ਼ਾਹ ਉਹਨਾਂ ਤੋਂ ਬਾਅਦ ਅੱਗੇ ਆਉਣ, ਦੂਜਾ ਨੰਬਰ ਅਮਿਤ ਸ਼ਾਹ ਦਾ ਰਵੇ। ਪ੍ਰਧਾਨ ਮੰਤਰੀ ਮੋਦੀ ਦੇ ਮਨ ਦੀ ਇੱਛਾ ਤਾਂ ਇਹੀ ਹੈ। ਪਰ ਦੋਸਤੋ ਆਖਰੀ ਜੋ ਫੈਸਲਾ ਹੈ ਇਸ ਮਾਮਲੇ ਵਿੱਚ ਉਹ ਆਰਐਸਐਸ ਹੀ ਕਰਦੀ ਹੈ। ਹਾਲਾਂਕਿ ਇਹਨਾਂ ਦਿਨਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਬਈ ਆਰਐਸਐਸ ਕਮਜ਼ੋਰ ਹੋਈ ਹੈ ਮੋਦੀ ਕਰਕੇ, ਕਿਉਂਕਿ ਮੋਦੀ ਨੇ ਆਰਐਸਐਸ ਦੇ ਲੀਡਰਸ ਦੇ ਉੱਤੇ ਵੀ ਆਪਣੀ ਪਕੜ ਬਣਾ ਲਈ ਹੈ। ਜੇ ਤੁਸੀਂ ਦੋਸਤੋ ਨੋਟਿਸ ਕੀਤਾ ਹੋਵੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆਰਐਸਐਸ ਚੀਫ ਦੇ ਇਸ ਤਰ੍ਹਾਂ ਦੇ ਬਿਆਨ ਆ ਰਹੇ ਨੇ। ਹੁਣ ਤਾਂ ਉਹਨਾਂ ਨੇ 75 ਸਾਲਾਂ ਦੀ ਉਮਰ ਵਾਲਾ ਬਿਆਨ ਦਿੱਤਾ ਹੈ ਕਿ ਬਈ 75 ਸਾਲ ਦੀ ਉਮਰ ਤੋਂ ਬਾਅਦ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਕਿਸੇ ਵੀ ਬੰਦੇ ਨੂੰ ਆਪਣੇ ਆਪ ਨੂੰ ਦੇਵਤਾ ਨਹੀਂ ਸਮਝਣਾ ਚਾਹੀਦਾ, ਆਪਣੇ ਆਪ ਨੂੰ ਰੱਬ ਨਹੀਂ ਸਮਝਣਾ ਚਾਹੀਦਾ। ਤੁਹਾਨੂੰ ਯਾਦ ਹੋਵੇਗਾ ਦੋਸਤੋ ਕਿ ਮੋਦੀ ਦਾ ਇੱਕ ਬਿਆਨ ਸੀ 2024 ਦੇ ਇਲੈਕਸ਼ਨਸ ਤੋਂ ਪਹਿਲਾਂ, ਮੋਦੀ ਨੇ ਆਪਣੇ ਆਪ ਨੂੰ ਨਾਨ ਬਾਇਓਲੋਜੀਕਲ ਕਿਹਾ ਸੀ ਹੈ ਨਾ। ਤਾਂ ਜਦੋਂ ਮੋਦੀ ਨੇ ਆਪਣੇ ਆਪ ਨੂੰ ਨਾਨ ਬਾਇਓਲੋਜੀਕਲ ਕਿਹਾ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਵੀ ਕਹੀ ਸੀ ਕਿ ਮੋਦੀ ਤਾਂ ਆਪਦੇ ਆਪ ਨੂੰ ਰੱਬ ਕਹਿਣ ਲੱਗੇ ਨੇ, ਦੇਵਤਾਵਾਂ ਨਾਲ ਕੰਪੇਅਰ ਕਰਨ ਲੱਗੇ ਨੇ। ਤੇ ਇਸ ਤੋਂ ਇਲਾਵਾ ਦੋਸਤੋ, ਇਸ ਤੋਂ ਇਲਾਵਾ ਮੋਹਨ ਭਾਗਵਤ ਦਾ ਇੱਕ ਹੋਰ ਬਿਆਨ ਵੀ ਆਇਆ ਸੀ। ਮੋਹਨ ਭਾਗਵਤ ਨੇ ਕਿਹਾ ਸੀ ਕਿ ਹੁਣ ਸਾਨੂੰ ਬਸ ਕਰ ਦੇਣੀ ਚਾਹੀਦੀ ਹੈ, ਹੁਣ ਸਾਨੂੰ ਹਰੇਕ ਮਸਜਿਦ ਦੇ ਥੱਲੇ ਮੰਦਿਰ ਨਹੀਂ ਲੱਭਣਾ ਚਾਹੀਦਾ, अब हमें हर एक मस्जिद के नीचे शिवालय नहीं ढूंढना चाहिए। इस तरह का बयान मोहन भागवत ने दिता सी दोस्तों। सो मोहन भागवत के जो बयान आते रहे ने लगातार पिछले कुछ समय तो ਉਹਦੇ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਆਰਐਸਐਸ ਦੇ ਵਿੱਚ ਵੀ ਇੱਕ ਗੱਲਬਾਤ ਜ਼ਰੂਰ ਚੱਲ ਰਹੀ ਹੈ ਮੋਦੀ ਨੂੰ ਲੈ ਕੇ, ਤੇ ਖਾਸ ਤੌਰ ਤੇ ਆਰਐਸਐਸ ਦੇ ਜੋ ਚੀਫ ਨੇ ਮੋਹਨ ਭਾਗਵਤ, ਉਹ ਸ਼ਾਇਦ ਹੁਣ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਵੇਖਣਾ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਦੇ ਜੋ ਬਿਆਨ ਨੇ ਉਹ ਐਸੇ ਤਰੀਕੇ ਦੇ ਨੇ ਤੇ ਉਹਨਾਂ ਦੇ ਬਿਆਨਾਂ ਤੋਂ ਇਸੇ ਤਰੀਕੇ ਦਾ ਮਤਲਬ ਜੋ ਸਿਆਸੀ ਮਾਹਰ ਨੇ ਉਹ ਕੱਢਦੇ ਨੇ। ਖੈਰ ਦੋਸਤੋ, ਆਉਣ ਵਾਲੇ ਸਮੇਂ ਵਿੱਚ ਕੀ ਹੋਊਗਾ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੂਗਾ ਹੈ ਨਾ, ਕਿਉਂਕਿ ਇਹ ਬੀਜੇਪੀ ਦਾ ਆਰਐਸਐਸ ਦਾ ਅੰਦਰੂਨੀ ਮਸਲਾ ਹੈ ਤੇ ਇਹ ਗੱਲ ਤਕਰੀਬਨ ਤੈਅ ਵੀ ਹੈ ਕਿ ਬਈ 2029 ਤੱਕ ਤਾਂ ਮੋਦੀ ਹੀ ਪੀਐਮ ਰਹਿਣਗੇ। ਹਾਂ, ਦੂਜੇ ਕੋਈ ਸਿਆਸੀ ਹਾਲਾਤ ਬਣ ਜਾਣ ਬਈ, ਜਿਸ ਤਰ੍ਹਾਂ ਚੰਦਰਬਾਬੂ ਨਾਇਡੂ ਨੇ ਹਿਮਾਇਤ ਦੇ ਰੱਖੀ ਹੈ, ਜੇਡੀਯੂ ਨੇ ਹਿਮਾਇਤ ਦੇ ਰੱਖੀ ਹੈ, ਉਹ ਆਪਣੀ ਹਿਮਾਇਤ ਵਾਪਸ ਲੈ ਲੈਣ, ਬੀਜੇਪੀ ਦੇ ਕੋਲ 240 ਹੀ ਰਹਿ ਜਾਣ, ਉਵੇਂ ਸਰਕਾਰ ਡਿੱਗ ਜਾਵੇ ਤਾਂ ਉਹ ਵੱਖਰੀ ਗੱਲ ਹੈ। ਹਾਲਾਂਕਿ ਉਹ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਨਾ। ਇਸੇ ਕਰਕੇ ਮੈਂ ਕਹਿ ਰਿਹਾ 2029 ਤੱਕ ਤਾਂ ਮੋਦੀ ਪੀਐਮ ਬਣੇ ਹੀ ਰਹਿਣਗੇ। ਹੁਣ 2029 ਤੋਂ ਬਾਅਦ ਕੀ ਹੋਵੇਗਾ ਇਹ ਵੱਖਰੀ ਗੱਲ ਹੈ, ਪਰ ਜੋ ਲੋਕ ਕਹਿ ਰਹੇ ਨੇ ਕਿ ਬਈ 2 ਮਹੀਨਿਆਂ ਬਾਅਦ 17 ਸਤੰਬਰ ਤੋਂ ਬਾਅਦ ਮੋਦੀ ਰਿਟਾਇਰ ਹੋ ਜਾਣਗੇ, ਉਹ ਗੱਲ ਦੋਸਤੋ ਸਹੀ ਨਹੀਂ ਹੈ, ਇਹ ਗੱਲ ਹੋਣ ਵਾਲੀ ਨਹੀਂ। ਧੰਨਵਾਦ ਦੋਸਤੋ।